सुनो सुनावा पाठ पढ़ावा, आओ बच्चों आओ बच्चों, सुनो सुनावा पाठ पढ़ावा। तो सुन के हुंदा पूरा याद सैंस पंजाबी अते हिसाब, ओ लगे अंग्रेजी भी प्यारी, हिंदी समाजिक पढ़ लो सारी। चंगियां गल्लां गीत भी गावा, सुनो सुनावा पाठ पढ़ावा, सुनो सुनावा पाठ पढ़ावा। दुआबा रेडियो। मेरे ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਮੈਂ ਸੁਖਵਿੰਦਰ ਕੌਰ, ਲੈਕਚਰਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਅਫਗਾਨਾ ਬਟਾਲਾ, ਡਿਸਟ੍ਰਿਕਟ ਰਿਸੋਰਸ ਪਰਸਨ ਗੁਰਦਾਸਪੁਰ, ਆਪ ਸਭ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਸੁਣੋ ਸੁਣਾਵਾਂ ਪਾਠ ਪੜ੍ਹਾਵਾਂ ਵਿੱਚ ਸਵਾਗਤ ਕਰਦੀ ਹਾਂ। ਅੱਜ ਮੈਂ 11ਵੀਂ ਜਮਾਤ ਦਾ ਵਿਸ਼ਾ ਰਾਜਨੀਤੀ ਸ਼ਾਸਤਰ ਦੇ ਪਹਿਲੇ ਪਾਠ ਰਾਜਨੀਤੀ ਸ਼ਾਸਤਰ ਦਾ ਅਰਥ, ਖੇਤਰ ਅਤੇ ਮਹੱਤਵ ਨਾਲ ਆਪ ਜੀ ਦੇ ਰੂਬਰੂ ਹੋਈ ਹਾਂ। ਪਿਆਰੇ ਵਿਦਿਆਰਥੀਓ, ਤੁਸੀਂ 6ਵੀਂ ਜਮਾਤ ਤੋਂ ਪੜ੍ਹਦੇ ਆ ਰਹੇ ਹੋ ਸਮਾਜਿਕ ਸਿੱਖਿਆ ਦੀ ਕਿਤਾਬ ਦੇ ਵਿੱਚ ਹੀ ਨਾਗਰਿਕ ਸ਼ਾਸਤਰ। ਇਸੇ ਨੂੰ ਅੱਗੇ ਸਵਿਕਸ ਕਿਹਾ ਜਾਂਦਾ ਹੈ। ਇਸੇ ਨੂੰ ਅੱਗੇ 11ਵੀਂ ਦੇ ਵਿੱਚ ਆ ਕੇ ਉਹੀ ਵਿਸ਼ਾ ਤੁਹਾਡਾ ਰਾਜਨੀਤੀ ਸ਼ਾਸਤਰ ਬਣ ਜਾਂਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭੂਗੋਲ ਦੇ ਵਿੱਚ ਤੁਸੀਂ ਧਰਤੀ ਅਤੇ ਪਹਾੜਾਂ ਦੇ ਬਾਰੇ 'ਚ ਪੜ੍ਹਿਆ। ਇਤਿਹਾਸ ਦੇ ਵਿੱਚ ਤੁਸੀਂ ਪੁਰਾਣੇ ਬੀਤੇ ਹੋਏ ਸਮੇਂ ਜੋ ਵੀ ਭਾਰਤ ਜਾਂ ਭਾਰਤ ਤੋਂ ਬਾਅਦ ਪ੍ਰਸਥਿਤੀਆਂ ਸੀਗੀਆਂ ਉਹਨਾਂ ਨੂੰ ਪੜ੍ਹਿਆ। ਇਸੇ ਤਰ੍ਹਾਂ 10ਵੀਂ ਕਲਾਸ ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਤੁਸੀਂ ਕੀਮਤ, ਮੂਲ, ਅੰਕ, ਮੁਦਰਾ ਇਹਨਾਂ ਦੇ ਬਾਰੇ 'ਚ ਪੜ੍ਹਿਆ। ਅਤੇ ਰਾਜਨੀਤੀ ਸ਼ਾਸਤਰ ਦੇ ਪਹਿਲੇ ਰੂਪ 10ਵੀਂ ਵਾਲੇ ਰੂਪ ਦੇ ਵਿੱਚ ਨਾਗਰਿਕ ਸ਼ਾਸਤਰ ਦੇ ਵਿੱਚ ਸਰਕਾਰ, ਰਾਜ, ਸੰਸਦੀ ਸਰਕਾਰ, ਮੌਲਿਕ ਅਧਿਕਾਰ ਇਹਨਾਂ ਦੇ ਬਾਰੇ 'ਚ ਪੜ੍ਹਿਆ। ਉਸੇ ਵਿਸ਼ੇ ਨੂੰ ਨਾਗਰਿਕ ਸ਼ਾਸਤਰ ਦੇ ਵਿਸ਼ੇ ਦਾ ਹੀ ਵਿਸ਼ਾਲ ਰੂਪ ਰਾਜਨੀਤੀ ਸ਼ਾਸਤਰ ਹੈ। ਰਾਜਨੀਤੀ ਸ਼ਾਸਤਰ ਕਾਫੀ ਪੁਰਾਣਾ ਅਤੇ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ ਅਤੇ ਸਮੇਂ ਅਤੇ ਸਥਿਤੀਆਂ ਦੇ ਬਦਲਣ ਦੇ ਨਾਲ ਨਾਲ ਇਸ ਦੇ ਅਰਥਾਂ, ਵਿਸ਼ਾ ਵਸਤੂ ਵਿੱਚ ਪਰਿਵਰਤਨ ਆਉਂਦਾ ਰਿਹਾ ਹੈ। ਰਾਜਨੀਤੀ ਸ਼ਾਸਤਰ ਦੇ ਪਰੰਪਰਾਵਾਦੀ ਵਿਦਵਾਨਾਂ ਨੇ ਰਾਜ ਤੇ ਸਰਕਾਰ ਦੇ ਅਧਿਐਨ ਨੂੰ ਰਾਜਨੀਤੀ ਸ਼ਾਸਤਰ ਦਾ ਕੇਂਦਰੀ ਬਿੰਦੂ ਮੰਨਿਆ ਹੈ। ਪਰੰਤੂ ਰਾਜਨੀਤੀ ਸ਼ਾਸਤਰ ਦੇ ਆਧੁਨਿਕ ਵਿਦਵਾਨਾਂ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਸੰਬੰਧ ਕੇਵਲ ਰਾਜ ਅਤੇ ਸਰਕਾਰ ਦੇ ਅਧਿਐਨ ਨਾਲ ਨਹੀਂ ਹੈ, ਸਗੋਂ ਇਸ ਦਾ ਸੰਬੰਧ ਵਿਅਕਤੀ ਅਤੇ ਵਿਅਕਤੀ ਦੁਆਰਾ ਕੀਤੀਆਂ ਜਾਣ ਵਾਲੀਆਂ ਸਾਰੀਆਂ ਰਾਜਨੀਤਿਕ ਗਤੀਵਿਧੀਆਂ ਜਿਹਾ ਕਿ ਸ਼ਕਤੀ ਦਾ ਸੰਘਰਸ਼ ਹੈ, ਪ੍ਰਭਾਵ ਦਾ ਪ੍ਰਯੋਗ ਹੈ ਅਤੇ ਨਿਰਣਿਆਂ ਦੇ ਪ੍ਰਭੁਤਾਪੂਰਨ ਨਿਰਧਾਰਨ ਦੇ ਨਾਲ ਵੀ ਹੈਗਾ। ਸੋ ਉਸ ਤੋਂ ਪਹਿਲੇ ਕਿ ਅਸੀਂ ਜਾਣੀਏ ਕਿ ਰਾਜਨੀਤੀ ਸ਼ਾਸਤਰ ਸ਼ਬਦ ਦੀ ਉਤਪਤੀ ਕਿਵੇਂ ਹੋਈ ਅਤੇ ਅਰਥ ਕੀ ਹੈ। ਰਾਜਨੀਤੀ ਸ਼ਬਦ ਬੱਚਿਓ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਪੋਲੀਟਿਕਸ ਦਾ ਪੰਜਾਬੀ ਅਨੁਵਾਦ ਹੈ। ਪੋਲੀਟਿਕਸ ਅਨੁਸਾਰ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ਪੋਲਿਸ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਨਗਰ ਰਾਜ ਜਾਂ ਨਗਰ। ਜਿਵੇਂ ਕਿ ਤੁਹਾਨੂੰ ਬੱਚਿਓ ਪਤਾ ਹੀ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਯੂਨਾਨ ਦੇ ਵਿੱਚ ਛੋਟੇ ਛੋਟੇ ਨਗਰ ਰਾਜ ਹੋਇਆ ਕਰਦੇ ਸਨ, ਜਿਨ੍ਹਾਂ ਦੇ ਅਧਿਐਨ ਦੇ ਨਾਲ ਸੰਬੰਧਿਤ ਵਿਸ਼ੇ ਨੂੰ ਰਾਜਨੀਤੀ ਕਿਹਾ ਜਾਂਦਾ ਸੀ। ਇਸੇ ਕਰਕੇ ਹੀ ਰਾਜਨੀਤੀ ਸ਼ਾਸਤਰ ਦੇ ਪਿਤਾਮਾ ਅਰਸਤੂ ਦੇ ਦੁਆਰਾ ਨਾਗਰ ਰਾਜਾਂ ਦੇ ਪ੍ਰਬੰਧ ਨਾਲ ਲਿਖੀ ਜਿਹੜੀ ਪੁਸਤਕ ਸੀਗੀ ਉਸ ਨੂੰ ਵੀ ਰਾਜਨੀਤੀ ਸ਼ਾਸਤਰ ਦੀ ਬਾਈਬਲ ਕਿਹਾ ਜਾਂਦਾ ਹੈ, ਦਾ ਨਾਮ ਪੋਲੀਟਿਕਸ ਰੱਖਿਆ ਸੀ। ਹੌਲੀ ਹੌਲੀ ਨਗਰ ਰਾਜ ਦਾ ਜਿਹੜਾ ਯੁੱਗ ਸੀ ਉਹ ਖਤਮ ਹੋ ਗਿਆ। ਉਹਨਾਂ ਦੀ ਜਗ੍ਹਾ 'ਤੇ ਵਰਤਮਾਨ ਰਾਸ਼ਟਰੀ ਰਾਜ ਸਥਾਪਿਤ ਹੋ ਗਏ ਅਤੇ ਰਾਸ਼ਟਰੀ ਰਾਜਾਂ ਦੇ ਅਧਿਐਨ ਨਾਲ ਸੰਬੰਧਿਤ ਵਿਸ਼ੇ ਨੂੰ ਰਾਜਨੀਤੀ ਸ਼ਾਸਤਰ ਦੇ ਨਾਮ ਦੇ ਨਾਲ ਪੁਕਾਰਨਾ ਵਧੇਰੇ ਉਚਿਤ ਸਮਝਿਆ ਗਿਆ। ਜਿਉਂ-ਜਿਉਂ ਰਾਸ਼ਟਰੀ ਰਾਜਾਂ ਦੇ ਆਕਾਰ, ਕਾਰਜ ਖੇਤਰ ਵਿੱਚ ਵਾਧਾ ਹੁੰਦਾ ਗਿਆ, ਤਿਉਂ-ਤਿਉਂ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਵਸਤੂ ਵੀ ਹੋਰ ਤੋਂ ਹੋਰ ਵਿਸ਼ਾਲ ਹੁੰਦਾ ਗਿਆ। ਹੁਣ ਅਸੀਂ ਦੇਖਣਾ ਹੈ ਕਿ ਰਾਜਨੀਤੀ ਸ਼ਾਸਤਰ ਅਤੇ ਰਾਜਨੀਤੀ ਦੇ ਵਿਚਕਾਰ ਕੀ ਅੰਤਰ ਹੈ। ਪਿਆਰੇ ਵਿਦਿਆਰਥੀਓ, ਬਹੁਤ ਸਾਰੇ ਜਿਹੜੇ ਵਿਦਵਾਨ ਨੇ ਉਹ ਰਾਜਨੀਤੀ ਸ਼ਾਸਤਰ ਅਤੇ ਰਾਜਨੀਤੀ ਦੇ ਵਿਚਕਾਰ ਕੋਈ ਅੰਤਰ ਨਹੀਂ ਕਰਦੇ, ਦੋਵਾਂ ਨੂੰ ਇੱਕ ਦੂਜੇ ਦੀ ਥਾਂ 'ਤੇ ਵਰਤ ਲੈਂਦੇ ਨੇ, ਜਦ ਕਿ ਇਹਨਾਂ ਦੋਹਾਂ ਵਿਚਕਾਰ ਕੁਝ ਬੁਨਿਆਦੀ ਅੰਤਰ ਹੈਗੇ ਨੇ। ਪ੍ਰਸਿੱਧ ਵਿਦਵਾਨ ਐਲਨ ਆਰ ਬਾਲ ਦੇ ਅਨੁਸਾਰ
ਰਾਜਨੀਤੀ ਵਿਵਾਦ, ਸਮਝੌਤੇ, ਨਿਰਣਾ ਨਿਰਮਾਣ, ਸ਼ਕਤੀ ਅਤੇ ਸੱਤਾ ਨਾਲ ਸੰਬੰਧਿਤ ਗਤੀਵਿਧੀ ਹੈ। ਹੁਣ ਅਸੀਂ ਬੱਚਿਓ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਰਾਜਨੀਤੀ ਸ਼ਾਸਤਰ ਦਾ ਅਰਥ ਅਤੇ ਪਰਿਭਾਸ਼ਾਵਾਂ ਕੀ ਨੇ। ਉਸ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਰਾਜਨੀਤੀ ਸ਼ਬਦਾਂ ਦੇ ਅਰਥਾਂ ਅਤੇ ਪਰਿਭਾਸ਼ਾ ਸੰਬੰਧੀ ਦੋ ਪ੍ਰਕਾਰ ਦੇ ਦ੍ਰਿਸ਼ਟੀਕੋਣ ਨੇ ਜਿਹੜੇ ਉਹ ਪ੍ਰਚਲਿਤ ਨੇ। ਨੰਬਰ 1 ਪਰੰਪਰਾਵਾਦੀ ਦ੍ਰਿਸ਼ਟੀਕੋਣ ਭਾਵ ਟ੍ਰੈਡੀਸ਼ਨਲ ਵਿਊ, ਦੂਸਰੇ ਆਧੁਨਿਕ ਦ੍ਰਿਸ਼ਟੀਕੋਣ ਭਾਵ ਮਾਡਰਨ ਵਿਊ। ਹੁਣ ਅਸੀਂ ਦੇਖਣਾ ਹੈ ਕਿ ਪਰੰਪਰਾਵਾਦੀ ਦ੍ਰਿਸ਼ਟੀਕੋਣ ਦੇ ਅਨੁਸਾਰ ਕਿਹੜੇ ਵਿਦਵਾਨ ਰਾਜਨੀਤੀ ਸ਼ਾਸਤਰ ਨੂੰ ਪਰਿਭਾਸ਼ਿਤ ਕਰਦੇ ਆ। ਇਸ ਦੇ ਵਿੱਚ ਗਾਰਨਰ, ਬਲੰਸ਼ਲੀ, ਪਾਲ ਜੈਨਟ, ਸੀਲੇ, ਲੀਕੌਕ, ਵਿਲੋਬੀ, ਗੈਟਲ ਅਤੇ ਲਾਸਕੀ। ਇਹਨਾਂ ਨੇ ਅੱਗੋਂ 3 ਭਾਗਾਂ ਦੇ ਵਿੱਚ ਜਾਂ 3 ਪ੍ਰਕਾਰ ਨਾਲ ਰਾਜਨੀਤੀ ਸ਼ਾਸਤਰ ਦਾ ਸੰਬੰਧ ਦੱਸਿਆ ਹੈ। ਪਹਿਲੇ ਵਿਦਵਾਨ ਉਹ ਨੇ ਜਿਹੜੇ ਕਿ ਰਾਜਨੀਤੀ ਸ਼ਾਸਤਰ ਦਾ ਸੰਬੰਧ ਰਾਜ ਨਾਲ ਮੰਨਦੇ ਹਨ। ਦੂਸਰੇ ਵਿਦਵਾਨ ਉਹ ਨੇ ਜਿਹੜੇ ਕਿ ਰਾਜਨੀਤੀ ਸ਼ਾਸਤਰ ਦਾ ਸੰਬੰਧ ਸਰਕਾਰ ਨਾਲ ਮੰਨਦੇ ਹਨ। ਤੀਸਰੇ ਨੇ ਜਿਹੜੇ ਕਿ ਰਾਜਨੀਤੀ ਸ਼ਾਸਤਰ ਦਾ ਸੰਬੰਧ ਰਾਜ ਅਤੇ ਸਰਕਾਰ ਦੋਹਾਂ ਨਾਲ ਮੰਨਦੇ ਹਨ। ਹੁਣ ਅਸੀਂ ਦੇਖਣਾ ਹੈ ਕਿ ਰਾਜਨੀਤੀ ਸ਼ਾਸਤਰ ਦਾ ਸੰਬੰਧ ਰਾਜ ਨਾਲ ਕਿਹੜੇ ਵਿਦਵਾਨ ਮੰਨਦੇ ਹਨ, ਜਿਵੇਂ ਕਿ ਗਾਰਨਰ, ਲਾਰਡ ਐਕਟਨ, ਬਲੰਸ਼ਲੀ, ਗੈਟਲ ਅਤੇ ਇਲਿਆਸ ਅਹਿਮਦ। ਇਹ ਮੰਨਦੇ ਹਨ ਕਿ ਰਾਜਨੀਤੀ ਸ਼ਾਸਤਰ ਦਾ ਸੰਬੰਧ ਹੈ ਜਿਹੜਾ ਉਹ ਸਿਰਫ ਰਾਜ ਨਾਲ ਹੀ ਹੈ। ਗਾਰਨਰ ਦੀ ਪਰਿਭਾਸ਼ਾ ਤੋਂ ਤੁਹਾਨੂੰ ਆਪਣੇ ਆਪ ਇਹ ਸਪਸ਼ਟ ਹੋ ਜਾਏਗਾ। ਗਾਰਨਰ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜ ਨਾਲ ਹੁੰਦਾ ਹੈ। ਇਸੇ ਤਰ੍ਹਾਂ ਲਾਰਡ ਐਕਟਨ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਸੰਬੰਧ ਰਾਜ ਅਤੇ ਇਸ ਦੇ ਵਿਕਾਸ ਲਈ ਜ਼ਰੂਰੀ ਅਵਸਥਾਵਾਂ ਹੈ। ਤੇ ਇਸੇ ਤਰ੍ਹਾਂ ਗੈਟਲ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਰਾਜ ਦੇ ਭੂਤਕਾਲ ਰੂਪ ਦੀ ਇਤਿਹਾਸਕ ਖੋਜ, ਉਸ ਦੇ ਵਰਤਮਾਨ ਸਰੂਪ ਦੀ ਵਿਸ਼ਲੇਸ਼ਣਾਤਮਕ ਵਿਆਖਿਆ ਅਤੇ ਉਸ ਦੇ ਭਵਿੱਖ ਦੇ ਰੂਪ ਦੀ ਰਾਜਨੀਤਿਕ ਅਤੇ ਸਦਾਚਾਰਕ ਚਰਚਾ ਕਰਦਾ ਹੈ। ਅਸੀਂ ਉਪਰੋਕਤ 3 ਜਿਹੜੀਆਂ ਪਰਿਭਾਸ਼ਾਵਾਂ ਸੁਣੀਆਂ ਨੇ ਜਾਂ ਪੜ੍ਹੀਆਂ ਨੇ, ਇਹਨਾਂ ਵਿੱਚ ਇਹੀ ਦਰਸਾਇਆ ਗਿਆ ਹੈ ਕਿ ਰਾਜਨੀਤੀ ਸ਼ਾਸਤਰ ਦਾ ਅਧਿਐਨ ਕੇਂਦਰੀ ਬਿੰਦੂ ਹੈ ਜਿਹੜਾ ਉਸਦਾ ਕੇਵਲ ਰਾਜ ਹੀ ਹੈ। ਹੁਣ ਅਸੀਂ ਦੂਸਰੇ ਨੰਬਰ ਤੇ ਦੇਖਣਾ ਹੈ ਕਿ ਰਾਜਨੀਤੀ ਸ਼ਾਸਤਰ ਦਾ ਸੰਬੰਧ ਕਿਹੜੇ ਵਿਦਵਾਨ ਮੰਨਦੇ ਹਨ ਕਿ ਸਿਰਫ ਸਰਕਾਰ ਨਾਲ ਹੈ। ਉਹਨਾਂ ਦੇ ਵਿੱਚ 3 ਵਿਦਵਾਨਾਂ ਦਾ ਨਾਮ ਆਉਂਦਾ ਹੈ, ਸੀਲੇ ਤੇ ਲੀਕੌਕ। ਪ੍ਰੋਫੈਸਰ ਸੀਲੇ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਸਰਕਾਰ ਦੇ ਤੱਤਾਂ ਦੀ ਖੋਜ ਉਸੇ ਤਰ੍ਹਾਂ ਹੀ ਕਰਦਾ ਹੈ ਜਿਸ ਤਰ੍ਹਾਂ ਅਰਥ ਸ਼ਾਸਤਰ ਸੰਪਤੀ ਦੀ, ਜੀਵਨ ਸ਼ਾਸਤਰ ਜੀਵਨ ਦੀ, ਬੀਜ ਗਣਿਤ ਵੀ ਅੰਕਾਂ ਦੀ ਅਤੇ ਰੇਖਾ ਗਣਿਤ ਸਥਾਨ ਅਤੇ ਲੰਬਾਈ ਚੌੜਾਈ ਦੀ। ਲੀਕੌਕ ਦੇ ਅਨੁਸਾਰ, ਦੂਸਰੇ ਵਿਦਵਾਨ ਹੈਗੇ ਨੇ ਲੀਕੌਕ, ਉਹਨਾਂ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਸੰਬੰਧ ਹੈ ਜਿਹੜਾ ਸਿਰਫ ਤੇ ਸਿਰਫ ਸਰਕਾਰ ਨਾਲ ਹੈ। ਇਸੇ ਤਰ੍ਹਾਂ ਹੀ ਅਸੀਂ ਹੁਣ ਤੀਸਰੇ ਨੰਬਰ ਵਾਲੀ ਪਰਿਭਾਸ਼ਾ ਦੇਖਣੀ ਹੈ, ਜਿਹਦੇ ਵਿੱਚ ਵਿਦਵਾਨ ਮੰਨਦੇ ਹਨ ਕਿ ਰਾਜਨੀਤੀ ਸ਼ਾਸਤਰ ਦਾ ਸੰਬੰਧ ਰਾਜ ਤੇ ਸਰਕਾਰ ਦੋਹਾਂ ਦੇ ਨਾਲ ਹੀ ਹੈ। ਇਹਦੇ ਵਿੱਚ ਆਉਂਦੇ ਨੇ ਪਾਲ ਜੈਨਟ, ਗਿਲ ਕ੍ਰਾਈਸਟ, ਡਿਮੌਕ। ਪਾਲ ਜੈਨਟ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਸਮਾਜ ਸ਼ਾਸਤਰ ਦਾ ਉਹ ਭਾਗ ਹੈ ਜਿਹੜਾ ਰਾਜ ਦੇ ਆਧਾਰਾਂ ਅਤੇ ਸਰਕਾਰ ਦੇ ਸਿਧਾਂਤਾਂ ਦਾ ਅਧਿਐਨ ਕਰਦਾ ਹੈ। ਗਿਲ ਕ੍ਰਾਈਸਟ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਰਾਜ ਅਤੇ ਸਰਕਾਰ ਦੀਆਂ ਆਮ ਸਮੱਸਿਆਵਾਂ ਨਾਲ ਸੰਬੰਧਿਤ ਹੈ। ਡਿਮੌਕ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਸੰਬੰਧ ਰਾਜ ਅਤੇ ਉਸ ਦੇ ਸਾਧਨਾਂ ਅਤੇ ਸਰਕਾਰ ਦੇ ਨਾਲ ਹੈ। ਇਸੇ ਤਰ੍ਹਾਂ ਇਸੇ ਹੀ ਸ਼੍ਰੇਣੀ ਦੇ ਵਿੱਚ ਇੱਕ ਹੋਰ ਵਿਦਵਾਨ ਆਉਂਦੇ ਨੇ, ਵਿਲੋਬੀ, ਜਿਨ੍ਹਾਂ ਦੇ ਅਨੁਸਾਰ ਆਮ ਕਰਕੇ ਰਾਜਨੀਤੀ ਸ਼ਾਸਤਰ 3 ਮਹਾਨ ਵਿਸ਼ਿਆਂ ਰਾਜ, ਸਰਕਾਰ ਅਤੇ ਕਾਨੂੰਨ ਨਾਲ ਸੰਬੰਧਿਤ ਹੈ। ਜਿੰਨੀਆਂ ਵੀ ਅਸੀਂ ਉੱਪਰ ਪਰਿਭਾਸ਼ਾਵਾਂ ਪੜ੍ਹੀਆਂ ਨੇ, ਇਹਨਾਂ ਦੇ ਵਿੱਚ ਜਿਹੜੇ ਵਿਦਵਾਨ ਨੇ ਉਹਨਾਂ ਦੇ ਵਿਚਾਰ ਅਨੁਸਾਰ ਰਾਜ ਅਤੇ ਸਰਕਾਰ ਦੋਵਾਂ ਦਾ ਅਧਿਐਨ ਨੂੰ ਰਾਜਨੀਤੀ ਸ਼ਾਸਤਰ ਦੇ ਖੇਤਰ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਪਹਿਲਾਂ ਅਸੀਂ ਜਿਹੜੀਆਂ ਹੁਣ ਤੱਕ ਵਿਸ਼ਲੇਸ਼ਣ ਕੀਤਾ ਉਹ ਪਰੰਪਰਾਗਤ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਪੜ੍ਹੀਆਂ ਨੇ। ਹੁਣ ਅਸੀਂ ਪੜ੍ਹਨੀਆਂ ਨੇ ਰਾਜਨੀਤਿਕ ਦ੍ਰਿਸ਼ਟੀਕੋਣ ਰੱਖਣ ਵਾਲੇ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਅਤੇ ਉਹਨਾਂ ਦੇ ਨਾਮ। ਰਾਜਨੀਤੀ ਸ਼ਾਸਤਰ ਦੇ ਅਰਥ ਅਤੇ ਪਰਿਭਾਸ਼ਾ ਦੇ ਸੰਬੰਧ ਦੇ ਵਿੱਚ ਆਧੁਨਿਕ ਦ੍ਰਿਸ਼ਟੀਕੋਣ ਪਰੰਪਰਾਵਾਦੀ ਦ੍ਰਿਸ਼ਟੀਕੋਣ ਦੇ ਨਾਲੋਂ ਕਾਫੀ ਵੱਖਰਾ ਹੈ।
ਆਧੁਨਿਕ ਦ੍ਰਿਸ਼ਟੀਕੋਣ ਦੇ ਅਨੁਸਾਰ ਰਾਜਨੀਤੀ ਇੱਕ ਗਤੀਵਿਧੀ ਜਾਂ ਪ੍ਰਕਿਰਿਆ ਹੈ ਜਿਸ ਵਿੱਚ ਸ਼ਕਤੀ ਲਈ ਸੰਘਰਸ਼, ਪ੍ਰਭਾਵ ਦਾ ਪ੍ਰਯੋਗ, ਫੈਸਲਿਆਂ ਦੇ ਪ੍ਰਤਿਭਾਪੂਰਨ ਨਿਰਧਾਰਨ ਆਦਿ ਨਾਲ ਸੰਬੰਧਿਤ ਗਤੀਵਿਧੀਆਂ ਸ਼ਾਮਲ ਹਨ। ਇਹਨਾਂ ਸਾਰੀਆਂ ਹੀ ਰਾਜਨੀਤਿਕ ਗਤੀਵਿਧੀਆਂ ਅਤੇ ਵਿਅਕਤੀ ਦੇ ਅਸਲੀ ਰਾਜਨੀਤਿਕ ਵਿਵਹਾਰ ਨਾਲ ਵੀ ਸੰਬੰਧ ਹੈ ਜਿਹੜਾ ਉਹ ਰਾਜਨੀਤੀ ਸ਼ਾਸਤਰ ਦਾ ਹੈਗਾ। ਇਸ ਦੇ ਵਿੱਚ ਆਧੁਨਿਕ ਦ੍ਰਿਸ਼ਟੀਕੋਣ ਰੱਖਣ ਵਾਲੇ ਕਿਹੜੇ ਵਿਦਵਾਨ ਆਉਂਦੇ ਹਨ ਉਹ ਪਹਿਲਾਂ ਤੁਸੀਂ ਸੁਣ ਲਓ ਅਤੇ ਫਿਰ ਆਪਣੀ ਕਾਪੀਆਂ 'ਤੇ ਵੀ ਇਸ ਨੂੰ ਲਿਖਣਾ ਹੈ। ਹਾਰਡਲ ਲਾਸਵੈਲ, ਡੇਵਿਡ ਈਸਟਨ, ਚਾਰਲਸ ਮੇਰੀਅਮ, ਰਾਬਰਟ ਏ ਡਾਹਲ, ਜਾਰਜ ਕੈਟਲਿਨ, ਆਲਮੰਡ ਅਤੇ ਪਾਵਲ, ਹਾਬਰਟ ਜੇ ਸਪਾਇਰੋ, ਐਰਿਕ ਰੋ, ਇਹ ਸਾਰੇ ਹੀ ਆਧੁਨਿਕ ਦ੍ਰਿਸ਼ਟੀਕੋਣ ਦੇ ਸਮਰਥਕ ਹਨ। ਹੁਣ ਅਸੀਂ ਇਹਨਾਂ ਦੀਆਂ ਪਰਿਭਾਸ਼ਾਵਾਂ ਰਾਜਨੀਤੀ ਸ਼ਾਸਤਰ ਬਾਰੇ ਕੀ ਹਨ ਉਹਦੇ ਬਾਰੇ 'ਚ ਦੇਖਾਂਗੇ। ਸਭ ਤੋਂ ਪਹਿਲੇ ਅਸੀਂ ਪਰਿਭਾਸ਼ਾ ਲੈਂਦੇ ਹਾਂ ਡੇਵਿਡ ਈਸਟਨ ਦੀ। ਡੇਵਿਡ ਈਸਟਨ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਕਦਰਾਂ ਕੀਮਤਾਂ ਦੇ ਪ੍ਰਭੁਤਾਪੂਰਨ ਨਿਰਧਾਰਨ ਦਾ ਅਧਿਐਨ ਹੈ। ਰਾਬਰਟ ਏ ਡਾਹਲ ਦੇ ਅਨੁਸਾਰ ਰਾਜਨੀਤਿਕ ਵਿਸ਼ਲੇਸ਼ਣ ਦਾ ਸੰਬੰਧ ਸ਼ਕਤੀ, ਸ਼ਾਸਨ ਅਤੇ ਸੱਤਾ ਨਾਲ ਹੈ। ਇਸੇ ਤਰ੍ਹਾਂ ਹੀ ਲਾਸਵੈਲ ਜੀ ਦੇ ਅਨੁਸਾਰ ਰਾਜਨੀਤੀ ਸ਼ਕਤੀ ਦੇ ਸਿਰਜਣ ਅਤੇ ਉਸ ਦੇ ਵੰਡਣ ਦਾ ਅਧਿਐਨ ਹੈ। ਇਸੇ ਤਰ੍ਹਾਂ ਅਸੀਂ ਇੱਕ ਹੋਰ ਨਾਮ ਪੜ੍ਹਿਆ ਸੀ ਐਲਨ ਆਰ ਬਾਲ, ਉਹਨਾਂ ਦੇ ਅਨੁਸਾਰ ਰਾਜਨੀਤੀ ਵਿਵਾਦ, ਸਮਝੌਤੇ, ਨਿਰਮਾਣ, ਸ਼ਕਤੀ ਅਤੇ ਸੱਤਾ ਨਾਲ ਸੰਬੰਧਿਤ ਗਤੀਵਿਧੀ ਹੈ। ਉਪਰੋਕਤ ਸਾਰੀਆਂ ਹੀ ਪਰਿਭਾਸ਼ਾਵਾਂ ਪੜ੍ਹਨ ਤੋਂ ਬਾਅਦ ਅਸੀਂ ਇਸ ਸਿੱਟੇ 'ਤੇ ਪਹੁੰਚਦੇ ਹਾਂ ਕਿ ਆਧੁਨਿਕ ਦ੍ਰਿਸ਼ਟੀਕੋਣ ਦੇ ਸਮਰਥਕਾਂ ਦੁਆਰਾ ਰਾਜਨੀਤੀ ਸ਼ਾਸਤਰ ਦੇ ਵਿਸ਼ਾ ਵਸਤੂ ਨੂੰ ਕਾਫੀ ਵਿਸ਼ਾਲ ਬਣਾ ਦਿੱਤਾ ਗਿਆ ਹੈ ਅਤੇ ਉਹਨਾਂ ਨੇ ਹਰ ਗਤੀਵਿਧੀ ਜਿਹਦਾ ਸੰਬੰਧ ਸ਼ਕਤੀ ਪਾਵਰ, ਪ੍ਰਭਾਵ, ਇਸੇ ਤਰ੍ਹਾਂ ਸੱਤਾ ਆਦਿ ਦੀ ਪ੍ਰਾਪਤੀ ਅਤੇ ਉਸਦੇ ਵੰਡਣ ਦੇ ਨਾਲ ਹੈ, ਇਸ ਨੂੰ ਹੀ ਰਾਜਨੀਤੀ ਦੇ ਘੇਰੇ ਵਿੱਚ ਲੈ ਆਉਂਦਾ ਹੈ। ਛੋਟੇ ਤੌਰ 'ਤੇ ਜਾਂ ਅਸੀਂ ਸੰਖੇਪ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਰਾਜਨੀਤੀ ਸ਼ਾਸਤਰ ਇੱਕ ਅਜਿਹਾ ਸਮਾਜਿਕ ਵਿਗਿਆਨ ਹੈ ਜਿਸ ਦਾ ਸੰਬੰਧ ਰਾਜ ਅਤੇ ਸਰਕਾਰ ਅਤੇ ਰਾਜ ਵਿੱਚ ਰਹਿੰਦੇ ਹੋਏ ਵਿਅਕਤੀਆਂ ਦੁਆਰਾ ਕੀਤੀਆਂ ਜਾਣ ਵਾਲੀਆਂ ਰਾਜਨੀਤਿਕ ਗਤੀਵਿਧੀਆਂ ਦੇ ਨਾਲ ਹੈ। ਸੋ ਪਿਆਰੇ ਵਿਦਿਆਰਥੀਓ, ਇਸ ਟੌਪਿਕ ਦੇ ਰਾਹੀਂ ਤੁਸੀਂ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਨੇ, ਛੋਟੇ ਪ੍ਰਸ਼ਨ, ਉਹ ਤੁਸੀਂ ਲਿਖ ਸਕਦੇ ਹੋ। ਪਹਿਲਾ ਪ੍ਰਸ਼ਨ, ਜਿਵੇਂ ਕਿ ਜਦੋਂ ਮੈਂ ਲੈਕਚਰ ਸਟਾਰਟ ਕੀਤਾ ਸੀ ਉੱਥੇ ਤੁਸੀਂ ਸੁਣਿਆ ਸੀਗਾ ਕਿ ਰਾਜਨੀਤੀ ਸ਼ਬਦ ਦੀ ਉਤਪਤੀ ਕਿਵੇਂ ਹੋਈ। ਦੂਸਰਾ ਪ੍ਰਸ਼ਨ, ਰਾਜਨੀਤੀ ਸ਼ਾਸਤਰ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਤੁਸੀਂ ਆਧੁਨਿਕ ਅਤੇ ਪਰੰਪਰਾਗਤ ਜਿਹੜੇ ਵਿਦਵਾਨ ਸੀਗੇ ਉਹਨਾਂ ਦੇ ਨਾਮ ਸੁਣੇ ਸੀਗੇ। ਉਹਦੇ ਵਿੱਚ ਤੁਸੀਂ ਪ੍ਰਸ਼ਨ ਬਣ ਸਕਦਾ ਤੁਹਾਡਾ ਕਿ ਰਾਜਨੀਤੀ ਸ਼ਾਸਤਰ ਦੀ ਕੋਈ ਪਰੰਪਰਾਗਤ ਪਰਿਭਾਸ਼ਾ ਦਿਓ, ਇਸੇ ਤਰ੍ਹਾਂ ਰਾਜਨੀਤੀ ਸ਼ਾਸਤਰ ਦੀ ਕੋਈ ਆਧੁਨਿਕ ਪਰਿਭਾਸ਼ਾ ਦਿਓ। ਇਸ ਦੇ ਨਾਲ ਹੀ ਤੁਹਾਡਾ ਅਗਲਾ ਪ੍ਰਸ਼ਨ ਹੈ ਜਿਹੜਾ ਉਹ ਬਣੇਗਾ ਰਾਜਨੀਤੀ ਸ਼ਾਸਤਰ ਦੇ ਦ੍ਰਿਸ਼ਟੀਕੋਣ ਰੱਖਣ ਵਾਲੇ, ਆਧੁਨਿਕ ਦ੍ਰਿਸ਼ਟੀਕੋਣ ਰੱਖਣ ਵਾਲੇ 2 ਜਾਂ 3 ਵਿਦਵਾਨਾਂ ਦੇ ਨਾਮ ਦੱਸੋ। ਇਸੇ ਤਰ੍ਹਾਂ ਹੀ ਰਾਜਨੀਤੀ ਸ਼ਾਸਤਰ ਦੇ ਪਰੰਪਰਾਗਤ ਦ੍ਰਿਸ਼ਟੀਕੋਣ ਰੱਖਣ ਵਾਲੇ ਵਿਦਵਾਨਾਂ ਦੇ ਨਾਮ ਲਿਖੋ। ਤੁਸੀਂ 2 ਵੀ ਲਿਖ ਸਕਦੇ ਹੋ ਜਾਂ ਤੁਸੀਂ 3 ਜਾਂ 4 ਵੀ ਲਿਖ ਸਕਦੇ ਹੋ। ਇੰਨੇ ਕੁ ਟੌਪਿਕ ਦੇ ਵਿੱਚ ਤੁਹਾਨੂੰ 1-1 ਨੰਬਰ ਵਾਲੇ ਪ੍ਰਸ਼ਨ ਇਹ ਮਿਲ ਜਾਣਗੇ। ਇਸੇ ਤਰ੍ਹਾਂ ਹੀ ਤੁਸੀਂ ਇਸ ਨਾਲ ਸੰਬੰਧਿਤ ਇੱਕ ਚਾਰਟ ਬਣਾ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਲਾਕਡਾਊਨ ਦੇ ਕਾਰਨ ਤੁਸੀਂ ਘਰਾਂ ਦੇ ਵਿੱਚ ਬੈਠੇ ਹੋ, ਕੁਛ ਕ੍ਰੀਏਟਿਵ ਕੰਮ ਕਰਨਾ ਵੀ ਚਾਹੀਦਾ ਹੈ ਅਤੇ ਕ੍ਰੀਏਟੀਵਿਟੀ ਦੇ ਵਿੱਚ ਤੁਸੀਂ ਚਾਰਟ ਕਿਵੇਂ ਬਣਾਓਗੇ, ਇਸ ਦੇ ਵਿੱਚ ਚਾਰਟ ਬਣਾਉਣ ਦੇ ਵਾਸਤੇ ਤਾਂ ਤੁਸੀਂ ਇੱਕ ਚਾਰਟ ਲੈਣਾ ਹੋਏਗਾ। ਉਸ ਦੇ ਉੱਪਰ ਜਾਂ ਤਾਂ ਤੁਸੀਂ 2 ਚਾਰਟ ਲੈ ਲਓ, ਉਹਨਾਂ ਦੇ ਉੱਪਰ ਇੱਕ ਦੇ ਉੱਪਰ ਲਿਖੋ ਆਧੁਨਿਕ ਵਿਦਵਾਨਾਂ ਦੇ ਨਾਮ ਅਤੇ ਨਾਲ ਦੀ ਨਾਲ ਉਹਨਾਂ ਦੀਆਂ 2 ਜਾਂ 3 ਪਰਿਭਾਸ਼ਾਵਾਂ। ਦੂਸਰੇ ਦੇ ਵਿੱਚ ਤੁਸੀਂ ਪਰੰਪਰਾਗਤ ਵਿਦਵਾਨਾਂ ਦੇ ਨਾਮ ਲਿਖੋ ਅਤੇ ਨਾਲ ਨਾਲ ਉਹਨਾਂ ਦੀਆਂ ਪਰਿਭਾਸ਼ਾਵਾਂ ਲਿਖੋ। ਸੋ ਇਹਦੇ ਨਾਲ ਤੁਹਾਡਾ ਇੱਕ ਐਕਟੀਵਿਟੀ ਵੀ ਹੋ ਜਾਏਗੀ ਔਰ ਤੁਹਾਡਾ ਟਾਈਮ ਵੀ ਵਧੀਆ ਪਾਸ ਹੋਏਗਾ। ਸੋ ਪਿਆਰੇ ਵਿਦਿਆਰਥੀਓ, ਮੈਨੂੰ ਆਸ ਹੈ ਕਿ ਤੁਹਾਨੂੰ ਮੇਰੀ ਇਹ ਅੱਜ ਦਾ ਲੈਕਚਰ ਤੁਹਾਨੂੰ ਪਸੰਦ ਆਇਆ ਹੋਏਗਾ ਔਰ ਸਮਝ ਆਇਆ ਹੋਏਗਾ। ਸੋ ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਇਸ ਨੂੰ ਧਿਆਨ ਨਾਲ ਸੁਣੋ। ਸੁਣ ਕੇ ਜਿਹੜੇ ਮੈਂ ਤੁਹਾਨੂੰ ਪ੍ਰਸ਼ਨ ਦੱਸੇ ਨੇ
ਜਾਂ ਹੋਰ ਵੀ ਤੁਹਾਡੇ ਮਨ ਦੇ ਵਿੱਚ ਇਸ ਸੰਬੰਧੀ ਪ੍ਰਸ਼ਨ ਆਉਂਦੇ ਨੇ, ਤੁਸੀਂ ਮੇਰੇ ਨਾਲ ਸਾਂਝੇ ਕਰ ਸਕਦੇ ਹੋ। ਤੇ ਛੋਟੇ ਪ੍ਰਸ਼ਨ ਜਿਹੜੇ 1-1 ਨੰਬਰ ਵਾਲੇ ਆ ਉਹ ਤੁਹਾਡੇ ਨਾਲ ਮੈਂ ਡਿਸਕਸ ਕਰ ਲਏ ਨੇ। ਵੱਡੇ ਪ੍ਰਸ਼ਨ ਇਹਦੇ ਵਿੱਚੋਂ ਕਿਹੜੇ ਬਣਨਗੇ? ਪਹਿਲਾ ਵੱਡਾ ਪ੍ਰਸ਼ਨ ਬਣੇਗਾ ਕਿ ਰਾਜਨੀਤੀ ਸ਼ਬਦ ਦੀ ਉਤਪਤੀ ਕਿਵੇਂ ਹੋਈ। ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਸਾਰਾ ਲਿਖਣਾ ਹੋਏਗਾ ਕਿ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਦਾ ਪੰਜਾਬੀ ਅਨੁਵਾਦ ਹੈ ਤੇ ਨਾਲ ਦੀ ਨਾਲ ਯੂਨਾਨੀ ਭਾਸ਼ਾ ਤੋਂ ਇਹ ਆਇਆ ਹੈ, ਸਾਰਾ ਇਹਦੇ ਵਿੱਚ ਲਿਖਣਾ ਹੋਏਗਾ। ਦੂਸਰਾ ਪ੍ਰਸ਼ਨ ਬਣੇਗਾ ਰਾਜਨੀਤੀ ਪਰਿਭਾਸ਼ਾ ਦੇ ਪਰੰਪਰਾਵਾਦੀ ਦ੍ਰਿਸ਼ਟੀਕੋਣ ਰੱਖਣ ਵਾਲੇ ਵਿਦਵਾਨਾਂ ਦੇ ਨਾਮ ਕੀ ਹਨ ਤੇ ਉਹਨਾਂ ਦੇ ਸਾਰੇ ਹੀ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਇਸ ਦੇ ਵਿੱਚ ਅੰਕਿਤ ਕਰਨੀਆਂ ਹੋਣਗੀਆਂ। ਦੂਸਰਾ ਵੱਡਾ ਪ੍ਰਸ਼ਨ ਰਾਜਨੀਤੀ ਸ਼ਾਸਤਰ ਨਾਲ ਸੰਬੰਧਿਤ ਆਧੁਨਿਕ ਦ੍ਰਿਸ਼ਟੀਕੋਣ ਰੱਖਣ ਵਾਲੇ ਵਿਦਵਾਨਾਂ ਦੇ ਨਾਮ ਅਤੇ ਉਹਨਾਂ ਦੇ ਨਾਲ ਹੀ ਉਹਨਾਂ ਦੀਆਂ ਪਰਿਭਾਸ਼ਾਵਾਂ ਅੰਕਿਤ ਕਰਨੀਆਂ ਹੋਣਗੀਆਂ। ਅਖੀਰ ਵਿੱਚ ਜਦੋਂ ਤੁਸੀਂ ਆਪਣਾ ਨੋਟਸ ਤਿਆਰ ਕਰੋਗੇ ਉਹਦੇ ਵਿੱਚ ਸਿੱਟਾ ਜ਼ਰੂਰ ਕੱਢਣਾ ਹੁੰਦਾ। ਹਰੇਕ ਕੁਐਸਚਨ ਦੇ ਵਿੱਚ ਨੀਚੇ ਸਿੱਟਾ ਜ਼ਰੂਰ ਕੱਢਣਾ ਹੁੰਦਾ। ਉਹ ਸਿੱਟਾ ਲਿਖਣ ਲੱਗਿਆਂ ਤੁਸੀਂ ਇਹ ਲਿਖਣਾ ਹੁੰਦਾ ਕਿ ਪਿੱਛੇ ਲਿਖੀਆਂ ਗਈਆਂ ਪਰਿਭਾਸ਼ਾਵਾਂ ਤੋਂ ਪੜ੍ਹਨ ਪਿੱਛੋਂ ਅਸੀਂ ਇਸ ਸਿੱਟੇ 'ਤੇ ਪੁੱਜਦੇ ਹਾਂ ਕਿ ਪਰੰਪਰਾਵਾਦੀ ਵਿਦਵਾਨਾਂ ਦੁਆਰਾ ਰਾਜ ਅਤੇ ਸਰਕਾਰ ਨੂੰ ਰਾਜਨੀਤੀ ਸ਼ਾਸਤਰ ਦੇ ਅਧਿਐਨ ਦਾ ਵਿਸ਼ਾ ਵਸਤੂ ਮੰਨਿਆ ਗਿਆ ਹੈ। ਇਸ ਤੋਂ ਉਪਰੰਤ ਪਰੰਪਰਾਵਾਦੀ ਵਿਦਵਾਨਾਂ ਦੁਆਰਾ ਰਾਜ ਅਤੇ ਸਰਕਾਰ ਦੇ ਸੰਸਥਾਤਮਕ ਪਹਿਲੂ ਦੇ ਅਧਿਐਨ ਉੱਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਵਾਸਤਵਿਕ ਕਾਰਜਸ਼ੀਲਤਾ ਅਤੇ ਇਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਥਾਂ ਦੇ ਅਧਿਐਨ ਨੂੰ ਅੱਖੋਂ ਓਹਲੇ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਜਦੋਂ ਤੁਸੀਂ ਵੱਡਾ ਪ੍ਰਸ਼ਨ ਆਧੁਨਿਕ ਦ੍ਰਿਸ਼ਟੀਕੋਣ ਬਾਰੇ ਲਿਖੋਗੇ ਉਹਦੇ ਵਿੱਚ ਵੀ ਤੁਸੀਂ ਸਿੱਟਾ ਲਿਖਣਾ ਹੋਏਗਾ ਕਿ ਅਸੀਂ ਉਪਰੋਕਤ ਸਾਰੀਆਂ ਪਰਿਭਾਸ਼ਾਵਾਂ ਵਾਚਣ ਤੋਂ ਬਾਅਦ ਜਾਂ ਪੜ੍ਹਨ ਤੋਂ ਬਾਅਦ ਇਸ ਸਿੱਟੇ 'ਤੇ ਪਹੁੰਚੇ ਹਾਂ ਕਿ ਆਧੁਨਿਕ ਦ੍ਰਿਸ਼ਟੀਕੋਣ ਦੇ ਸਮਰਥਕਾਂ ਦੁਆਰਾ ਰਾਜਨੀਤੀ ਸ਼ਾਸਤਰ ਦੇ ਵਿਸ਼ਾ ਵਸਤੂ ਨੂੰ ਕਾਫੀ ਵਿਸ਼ਾਲ ਬਣਾ ਦਿੱਤਾ ਗਿਆ ਹੈ ਅਤੇ ਉਹਨਾਂ ਨੇ ਹਰ ਉਹ ਗਤੀਵਿਧੀ ਜਿਸ ਦਾ ਸੰਬੰਧ ਸ਼ਕਤੀ, ਪ੍ਰਭਾਵ, ਸੱਤਾ ਆਦਿ ਦੀ ਪ੍ਰਾਪਤੀ ਅਤੇ ਉਸ ਦੇ ਵੰਡਣ ਨਾਲ ਹੈ ਨੂੰ ਰਾਜਨੀਤੀ ਸ਼ਾਸਤਰ ਦੇ ਘੇਰੇ ਵਿੱਚ ਲੈ ਆਉਂਦਾ ਹੈ। ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਰਾਜਨੀਤੀ ਸ਼ਾਸਤਰ ਇੱਕ ਅਜਿਹਾ ਵਿਗਿਆਨ ਹੈ ਜਿਸ ਦਾ ਸੰਬੰਧ ਰਾਜ ਅਤੇ ਸਰਕਾਰ ਅਤੇ ਰਾਜ ਵਿੱਚ ਰਹਿੰਦੇ ਹੋਏ ਸਾਰੇ ਹੀ ਵਿਅਕਤੀਆਂ ਦੁਆਰਾ ਕੀਤੀਆਂ ਜਾਣ ਵਾਲੀਆਂ ਰਾਜਨੀਤਿਕ ਗਤੀਵਿਧੀਆਂ ਦੇ ਨਾਲ ਹੈ। ਸੋ ਪਿਆਰੇ ਵਿਦਿਆਰਥੀਓ, ਅਗਲੇ ਮੈਂ ਆਪਣੇ ਲੈਕਚਰ ਦੇ ਵਿੱਚ ਰਾਜਨੀਤੀ ਸ਼ਾਸਤਰ ਦੇ ਖੇਤਰ ਦੇ ਬਾਰੇ ਵਿੱਚ ਆਪ ਜੀ ਨਾਲ ਫਿਰ ਮੁਲਾਕਾਤ ਕਰਾਂਗੀ। ਉਨੀ ਦੇਰ ਤੱਕ ਤੁਸੀਂ ਆਪਣੇ ਘਰਾਂ ਦੇ ਵਿੱਚ ਅੱਜ ਕੱਲ੍ਹ ਚੱਲ ਰਹੀ ਕਰੋਨਾ ਬਿਮਾਰੀ ਤੋਂ ਬਚ ਕੇ ਰਹਿਣਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿ ਤੁਹਾਨੂੰ ਔਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਮਾਧਿਅਮ ਦੇ ਰਾਹੀਂ ਦੁਆਬਾ ਰੇਡੀਓ ਦੇ ਮਾਧਿਅਮ ਦੇ ਰਾਹੀਂ ਮੈਨੂੰ ਤੁਹਾਡੇ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਸੋ ਮੈਂ ਆਸ ਕਰਦੀ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੋਸ਼ਲ ਡਿਸਟੈਂਸ ਬਣਾ ਕੇ ਰੱਖੋਗੇ। ਨਾਲ ਦੀ ਨਾਲ ਜਿੱਥੇ ਵੀ ਜਾਓਗੇ ਮਾਸਕ ਪਹਿਨ ਕੇ ਜਾਓਗੇ ਅਤੇ ਨਾਲ ਦੀ ਨਾਲ ਜਦੋਂ ਵੀ ਤੁਸੀਂ ਬਾਹਰੋਂ ਆਉਂਦੇ ਹੋ ਤਾਂ ਆਪਣੇ ਹੱਥਾਂ ਨੂੰ 20 ਸੈਕਿੰਡਸ ਜ਼ਰੂਰ ਸਾਬਣ ਦੇ ਨਾਲ ਧੋਣਾ ਹੈ। ਕਰੋਨੇ ਦੇ ਨਾਲ ਅਸੀਂ ਲੜਨਾ ਹੈ। ਮਿਸ਼ਨ ਫਤਿਹ ਨੂੰ ਅਸੀਂ ਸਕਸੈਸ ਕਰਨਾ ਹੈ। ਸੋ ਪਿਆਰੇ ਵਿਦਿਆਰਥੀਓ, ਇਹਨਾਂ ਹੀ ਸ਼ਬਦਾਂ ਨਾਲ ਮੈਂ ਆਪ ਤੋਂ ਵਿਦਾਇਗੀ ਲੈਂਦੀ ਹਾਂ। ਧੰਨਵਾਦ। ਦੁਆਬਾ ਰੇਡੀਓ।